देखो मैं सारे देश ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦੀ ਹਾਂ ਕਿ ਭਾਜਪਾ ਦੇ 2014 ਦਾ ਜਿਹੜਾ ਮੈਨੀਫੈਸਟੋ ਸੀਗਾ 2019 ਦਾ ਸੀਗਾ ਤੇ ਸਾਰੇ ਮੈਨੀਫੈਸਟੋਆਂ 'ਚ ਇਹਨਾਂ ਦੇ ਸੀਗਾ ਕਿ ਅਸੀਂ 33% ਦੀ ਵੂਮਨ ਰਿਜ਼ਰਵੇਸ਼ਨ ਅਸੀਂ ਲਾਗੂ ਕਰਾਂਗੇ। ਲੇਕਿਨ 2014 'ਚ ਸਰਕਾਰ ਬਣਨ ਤੋਂ ਬਾਅਦ ਨਾ 5 ਸਾਲ ਤਾਂ ਲੈ ਕੇ ਆਏ, 19 'ਚ ਬਣਨ ਤੋਂ ਬਾਅਦ ਨਾ ਤਾਂ ਲੈ ਕੇ ਆਏ, 24 ਦੀ ਇਲੈਕਸ਼ਨ ਵਾਸਤੇ ਜਦ 6 ਮਹੀਨੇ ਰਹਿ ਗਏ ਸੀ ਇੱਕ ਵਾਰ ਫੇਰ ਇਸੇ ਤਰ੍ਹਾਂ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਨਵੇਂ ਪਾਰਲੀਮੈਂਟ ਦੇ ਵਿੱਚ ਬੜੇ ਧੂਮ-ਧਾਮ ਦੇ ਨਾਲ ਇਹਨਾਂ ਨੇ 33% ਵਿਮਨ ਰਿਜ਼ਰਵੇਸ਼ਨ ਬਿੱਲ 20 ਸਤੰਬਰ 2023 ਨੂੰ ਸਾਰੀ ਪਾਰਟੀਆਂ ਨੇ ਯੂਨੈਨਿਮਸਲੀ ਪਾਸ ਕਰ ਦਿੱਤਾ। ਤੇ ਸਾਰੀ ਪਾਰਟੀਆਂ ਨੇ ਉਸ ਟਾਈਮ ਕਿਹਾ ਸੀ ਕਿ ਜਿਵੇਂ 545 ਦੀ ਪਾਰਲੀਮੈਂਟ ਹੈਗੀ ਤੁਸੀਂ ਇਹਦੇ ਵਿੱਚ ਹੀ 33% ਲਾਗੂ ਕਰਕੇ ਅਗਲੀ 2024 ਦੀ ਚੋਣ ਰਿਜ਼ਰਵੇਸ਼ਨ ਦੇ ਨਾਲ ਕਰਾਓ। ਤੇ ਪੂਰੇ ਔਰਤਾਂ ਨੂੰ ਵੀ ਬਹੁਤ ਦੇਸ਼ ਭਰ 'ਚ ਬੜਾ ਉਤਸ਼ਾਹ ਸੀ ਕਿ ਅਖੀਰ 'ਚ 75 ਸਾਲ ਬਾਅਦ ਸਾਨੂੰ ਸਾਡੇ ਹੱਕ ਮਿਲ ਰਿਹਾ ਹੈਗਾ। ਲੇਕਿਨ ਹੈਰਾਨੀ ਤੇ ਦੁੱਖ ਦੀ ਗੱਲ ਆ ਸੀਗੀ ਕਿ ਬੜਾ ਢੰਡੋਰਾ ਪਿਟਾ ਕੇ ਸਾਰੇ ਦੇਸ਼ ਭਰ 'ਚ ਰੌਲਾ ਪਾ ਕੇ ਸਾਰੀ ਆਪ ਦੀ ਵਿਮਨ ਐਮਪੀਜ਼ ਨੂੰ ਵਧਾਈਆਂ ਦਿਲਵਾ ਕੇ ਇਹਨਾਂ ਨੇ ਸਾਰਾ ਡਰਾਮਾ ਤਾਂ ਪੂਰਾ ਰਚਿਆ। ਲੇਕਿਨ ਬਿੱਲ 'ਚ ਨਿਕਲਿਆ ਕਿ ਬਿੱਲ 'ਚ ਆ ਨਿਕਲਿਆ ਕਿ ਆ ਲਾਗੂ ਤਾਂ ਹੋਊਗਾ ਜਦ ਸੈਂਸਸ ਹੋਊਗਾ। ਸੈਂਸਸ ਕਦੋਂ ਹੋਊਗਾ ਉਹਦੀ ਕੋਈ ਡੇਟ ਹੀ ਨਹੀਂ ਲਾਈ। ਸੈਂਸਸ ਤੋਂ ਬਾਅਦ ਡੀਲਿਮਿਟੇਸ਼ਨ ਹੋਊਗੀ ਉਹਦੇ ਬਾਅਦ ਜਾ ਕੇ। ਇਹਦਾ ਮਤਲਬ ਔਰਤਾਂ ਨੂੰ ਆ ਨਹੀਂ ਪਤਾ ਸੀ ਕਿ ਇਹ 2029 'ਚ ਵੀ ਲਾਗੂ ਹੋਊਗਾ ਜਾਂ 32 'ਚ ਜਾਂ 34 'ਚ ਕਦੋਂ ਲਾਗੂ ਹੋਗਾ, ਕੋਈ ਐਂਡ ਡੇਟ ਨਹੀਂ ਲਿਖੀ ਸੀ। ਲੇਕਿਨ ਔਰਤਾਂ ਦੀ ਵੋਟਾਂ ਬਟੋਰਨ ਵਾਸਤੇ ਦੇਸ਼ ਭਰ 'ਚ ਭਾਜਪਾ ਨੇ ਜਾ ਕੇ ਪੂਰਾ ਢੰਡੋਰਾ ਸਵਾਗਤ ਕਰਕੇ ਪ੍ਰਧਾਨ ਮੰਤਰੀ ਸਾਹਿਬ ਦਾ ਪਾਰਟੀ ਦਾ ਤੇ ਪੂਰਾ ਉਹਦਾ ਲਾਹਾ ਲਿੱਤਾ। ਲਾਹ ਲੈਣ ਤੋਂ ਬਾਅਦ ਸਰਕਾਰ ਬਣਾ ਲਈ। 2024 'ਚ ਸਰਕਾਰ ਬਣੀ ਤੇ ਰਿਜ਼ਰਵੇਸ਼ਨ ਦੇ ਬਾਰੇ ਇੱਕ ਸ਼ਬਦ ਤੱਕ ਨਹੀਂ ਬੋਲਿਆ, ਮੂੰਹ ਤੱਕ ਨਹੀਂ ਖੋਲਿਆ। ਸੈਂਸਸ ਤੱਕ ਹੀ ਸ਼ੁਰੂ ਕਰਨੀ ਸੀ। ਹੁਣ ਹੈਰਾਨੀ ਦੀ ਗੱਲ ਆ ਹੈਗੀ ਕਿ 2026 ਦਾ 2 ਮਹੀਨੇ ਦਾ ਲੰਬਾ ਬਜਟ ਸੈਸ਼ਨ ਹੁਣੇ 10 ਦਿਨ ਪਹਿਲੇ ਖਤਮ ਹੋਇਆ। ਇਹਨਾਂ 2 ਮਹੀਨਿਆਂ 'ਚ ਇਹਨਾਂ ਨੇ ਇਸ ਬਿੱਲ ਦੀ ਕੋਈ ਚਰਚਾ ਨਹੀਂ ਕੀਤੀ। ਅਖੀਰਲੇ ਦਿਨ ਸੈਸ਼ਨ ਖਤਮ ਹੋਣ ਤੋਂ ਬਾਅਦ ਇੱਕਦਮ ਇਹ ਐਲਾਨ ਕਰਦੇ ਆ ਬਈ 3 ਦਿਨ ਦਾ ਹੋਰ ਸੈਸ਼ਨ ਰਿਜ਼ਰਵੇਸ਼ਨ ਬਿੱਲ ਦੇ ਉੱਤੇ। ਵੀ ਸਾਰਿਆਂ ਨੂੰ ਆਸੀ ਵੀ ਕੀ ਰਿਜ਼ਰਵੇਸ਼ਨ, ਕਿਉਂਕਿ ਬਿੱਲ ਤਾਂ ਕਿਸੇ ਨੂੰ ਦਿੱਤਾ ਨਹੀਂ ਗਿਆ। ਹੁਣ ਜਿਹੜਾ ਕਹਿੰਦੇ ਸੀ ਪਹਿਲੇ ਕਿ ਨਹੀਂ ਜੀ ਅਸੀਂ 24 'ਚ ਲਾਗੂ ਨਹੀਂ ਕਰ ਸਕਦੇ ਕਿਉਂਕਿ ਸੈਂਸਸ ਵੀ ਜ਼ਰੂਰੀ ਹੈ ਤੇ ਡੀਲਿਮਿਟੇਸ਼ਨ ਵੀ, ਹੁਣ ਆਪ ਹੀ ਇਹ ਨਵਾਂ ਅਮੈਂਡਮੈਂਟ ਬਿੱਲ ਲੈ ਕੇ ਆਏ ਨੇ ਕਿ ਸੈਂਸਸ ਦੀ ਤਾਂ ਲੋੜ ਹੀ ਨਹੀਂ। ਵੀ ਕਿਉਂ ਲੋੜ ਨਹੀਂ ਹੈ? ਕਿਉਂਕਿ ਇਹਨਾਂ ਨੇ ਆਪਣੇ ਮਨ ਦੇ ਨਾਲ ਹੀ ਬਣਾ ਲਿਆ ਵੀ 50% ਦੀ ਹਰ ਸੂਬੇ ਦੀ ਅਸੀਂ ਸੀਟ ਵਧਾਵਾਂਗੇ। ਵੀ ਇਹ 50% ਤੁਸੀਂ ਕਿਹਦੇ ਨਾਲ ਡਿਸਕਸ ਕੀਤਾ? ਕੌਨਸਟੀਟਿਊਸ਼ਨ 'ਚ ਕਿੱਥੇ ਕਿਹਾ ਹੈ? ਕਿਹੜੇ ਕਾਨੂੰਨ ਥੱਲੇ ਆਉਂਦਾ ਹੈ? ਕੀ ਇਹਦਾ ਮਤਲਬ ਹੈ? ਕੋਈ ਸਲਾਹ ਮਸ਼ਵਰਾ ਨਹੀਂ। 50% ਦੀ ਅਸੀਂ ਵਧਾ ਰਹੇ ਹਾਂ ਤੇ ਵਧੀ ਹੋਈ 50% ਦੇ ਨਾਲ ਹੀ ਔਰਤਾਂ ਨੂੰ 33% ਦੀ ਰਿਜ਼ਰਵੇਸ਼ਨ ਮਿਲੂਗਾ। ਤੇ ਹੁਣ ਇਹ ਅਮੈਂਡਮੈਂਟ ਸਾਰੇ ਜਣੇ ਪਾਸ ਕਰਨ, ਜੇ ਨਹੀਂ ਕਰਨਗੇ ਉਹ ਔਰਤ ਵਿਰੋਧੀ ਨੇ। ਮੈਂ ਤਾਂ ਕਹਿੰਦੀ ਔਰਤ ਵਿਰੋਧੀ ਤਾਂ ਇਹ ਖੁਦ ਹੀ ਨੇ। ਜਿਹੜਾ ਤੁਸੀਂ ਕੌਨਸਟੀਟਿਊਸ਼ਨ ਨੂੰ ਅਮੈਂਡ ਕਰ ਰਹੇ ਹੋ, 80 ਸਾਲ ਔਰਤਾਂ ਨੇ ਇੰਤਜ਼ਾਰ ਕੀਤਾ ਵੀ ਸਾਨੂੰ 33% ਮਿਲ ਜਾਏ। ਅਸੀਂ 75 ਔਰਤਾਂ ਹੈਗੀਆਂ ਜਿਹੜੇ ਉੱਥੇ ਹੈ। ਜੇ ਹੁਣੇ ਤੁਸੀਂ ਲਾਗੂ ਕਰੋ ਤੁਹਾਨੂੰ 100 ਸੀਟਾਂ ਹੋਣਗੀਆਂ ਹੋਰ ਜਿਹੜੀ ਆਦਮੀਆਂ ਦੀ ਡਿਸਪਲੇਸ ਹੋਣਗੀਆਂ। ਅਸੀਂ 80 ਸਾਲ ਰੁਕ ਗਏ ਕਿ ਤੁਹਾਡੇ ਬੰਦੇ 2 ਸਾਲ ਸੈਂਸਸ ਹੋ ਕੇ ਡੀਲਿਮਿਟੇਸ਼ਨ ਹੋ, ਤੁਸੀਂ 2 ਸਾਲ ਰੋਕ ਨਹੀਂ ਸਕਦੇ? ਨਹੀਂ, ਕਿਉਂਕਿ ਮਨਸ਼ਾ ਕੁਝ ਹੋਰ ਹੈ। ਮਨਸ਼ਾ ਆ ਹੈਗੀ ਕਿ ਗੱਲ ਤਾਂ ਆਪਾਂ ਕਰੀਏ ਕਿ ਜਿਹੜਾ ਸਪੋਰਟ ਨਹੀਂ ਕਰਦਾ ਉਹ ਵਿਮਨ ਵਿਰੋਧੀ ਹੈ, ਲੇਕਿਨ ਔਰਤਾਂ ਦੀ ਰਿਜ਼ਰਵੇਸ਼ਨ ਦੇ ਆੜ ਵਿੱਚ ਮਨ ਧੜੰਗ ਦੀ ਆਪਣੀ ਡੀਲਿਮਿਟੇਸ਼ਨ ਇਹ ਕਰਨਾ ਚਾਹੁੰਦੇ ਨੇ। ਡੀਲਿਮਿਟੇਸ਼ਨ ਕਮਿਸ਼ਨ ਇਹਨਾਂ ਦੀ ਆਪ ਦੀ ਹੋਗੀ। ਡੀਲਿਮਿਟੇਸ਼ਨ ਕਮਿਸ਼ਨ ਦਾ ਕੰਮ ਹੁੰਦਾ ਹੈ ਕਿ ਸੈਂਸਸ ਦੇ ਆਧਾਰ 'ਚ ਇਹ ਸੀਟਾਂ ਵਧਾਉਣ, ਲੇਕਿਨ ਉਹ ਕੰਮ ਤਾਂ ਕਮਿਸ਼ਨ ਤੋਂ ਤਾਂ ਛੀਨ ਲਿੱਤਾ। ਆਪ ਹੀ ਫੈਸਲਾ ਕਰਤਾ ਵੀ ਸੀਟਾਂ ਕਿੰਨੀ ਵਧਣਗੀਆਂ। ਤਾਂ ਫਿਰ ਕਮਿਸ਼ਨ ਦਾ ਕੰਮ ਕੀ ਹੈ? ਬਸ ਬਾਉਂਡਰੀਜ਼ ਤੁਸੀਂ ਰੀਵਰਕ ਕਰ ਲਿਓ। ਉਹ ਬਾਉਂਡਰੀਜ਼ ਵੀ ਇਸ ਤਰੀਕੇ ਨਾਲ ਕਰੋ ਜਿਹਦੇ ਨਾਲ ਸਰਕਾਰ ਨੂੰ ਫਾਇਦਾ ਹੋਏ। ਸੋ ਹਰ ਪੱਖੋਂ ਡੈਮੋਕ੍ਰੇਸੀ ਨੂੰ ਕੌਨਸਟੀਟਿਊਸ਼ਨ ਤੋਂ ਛਿੱਕੇ ਤੇ ਟੰਗਿਆ ਜਾ ਰਿਹਾ ਹੈਗਾ। ਅੱਜ ਜਦ 580 ਸੀਟਾਂ ਹੋ ਜਾਣਗੀਆਂ ਲੋਕ ਸਭਾ ਦੀ, ਰਾਜ ਸਭਾ ਦੀ ਤਾਂ ਹੋਰ ਕਮਜ਼ੋਰ ਹੋ ਜੂਗੀ। ਰਾਜ ਸਭਾ ਬਣੀ ਇਸ ਕਰਕੇ ਸੀ ਕਿ ਬਿੱਲ ਲੋਕ ਸਭਾ ਤੇ ਰਾਜ ਸਭਾ ਦੋਵਾਂ ਵਿੱਚ ਪਾਸ ਹੋਣ। ਜੇ ਕੋਈ ਲੜਾਈ ਪੈ ਜਾਂਦੀ ਹੈ ਤੇ ਫਿਰ ਸਪੀਕਰ ਜੁਆਇੰਟ ਸੈਸ਼ਨ ਬੁਲਾਉਂਦਾ ਹੈ ਤੇ ਜੁਆਇੰਟ ਸੈਸ਼ਨ 'ਚ ਵੋਟਾਂ ਹੁੰਦੀਆਂ ਨੇ। ਤੇ ਹੁਣ ਜਦ ਸਾਡੀ ਸੀਟਾਂ 850 ਹੋ ਜਾਣਗੀਆਂ ਤੇ ਰਾਜ ਸਭਾ ਜੇ 200 'ਚ 125 'ਚ 200 'ਚ ਖੜਿਆ ਰਹੂਗਾ ਤਾਂ ਫਿਰ ਜੁਆਇੰਟ ਸੈਸ਼ਨ ਵੀ ਬੁਲਾ ਲਓ, ਨਤੀਜਾ ਤਾਂ ਉਹੀ ਨਿਕਲੂਗਾ ਜਿਹੜਾ ਲੋਕ ਸਭਾ 'ਚ ਨਿਕਲੂਗਾ। ਸੋ ਹਰੇਕ ਤਰੀਕੇ ਤੋਂ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਕੇ ਮਨ ਧੜੰਗ ਕਾਨੂੰਨ ਲਾ ਕੇ ਆਪ ਦੇ ਬਲਬੂਤੇ 'ਚ। ਤੇ ਵੱਡੀ ਗੱਲ ਆ ਕਿ ਜਿਹੜੀ ਇਹ ਕੌਨਸਟੀਟਿਊਸ਼ਨਲ ਅਮੈਂਡਮੈਂਟ ਵਾਸਤੇ 2/3 ਮੈਜੋਰਿਟੀ ਚਾਹੀਦੀ ਹੈ, ਹੁਣ ਤੇ ਉਹ 2/3 ਮੈਜੋਰਿਟੀ ਵੀ ਹਟਾ ਰਹੇ ਨੇ
कि हुण तो सिर्फ पार्लीमेंट 'ਚ ਇਹ फैसला करन भी ਕਿਹੜਾ ਸੈਂਸਸ यूज़ करना है। इस किसी सूबे 'ਚ वोटां हैगियां तो डिलिमिटेशन इत्थे करा लो, किते 2011 का यूज़ कर लो, किते 26 का यूज़ कर लो, किते जिहड़ा मर्जी यूज़ करना है कर लो, जिवें मर्जी डिलिमिटेशन करानी है वो अपनी कमीशन तो करा लो। सो ये तो मैं समझदी आ भद्दा मजाक। पहले तो औरतां दे नां ते जिन्हां ने अज ताईं उन्हां नूं नीयत औरतां देख रहीआं ने कि की नीयत सी, ना कांग्रेस दी सीगी ते ना ही इन्हां दी हैगी, क्योंकि पहले भी इन्हां ने रोकिया ते अज भी रोकण दा एक होर काम कर रहे हैं। हुण पास कराने वास्ते किहदे नाल की समझौता करदे, क्योंकि ईडी CBI इनकम टैक्स रेडा तो साडे सूबे 'ਚ भी कईयां दे उत्ते होईयां ने। सो हाँ तो चल रही है, वही बताएंगे, क्योंकि आधे आम आदमी तो वैसे ही भाजपा के साथ रले मिले हुए हैं। हमारा मुख्यमंत्री जब मिला हुआ है तो फिर बाकी भी मिले होंगे। तो हाँ, ये अभी नहीं मिले होंगे, जिस करके अब इनके ऊपर रेड चल रही है। इससे पहले मेरा ख्याल लवली यूनिवर्सिटी वालों के ऊपर भी चली थी। सो ये तो यही तो इनकी हथकंडे हैं जिनको अपनाते हैं और अपना काम निकालते हैं, और यही आम आदमी पार्टी राज्य में कर रही है विरोधी पार्टियों के साथ। सो ये भाजपा से सीख रही है, जो आम आदमी कर रही है वो खुद भी भुगत रही है। सो दुख मुझे इस बात का है कि आज जो मुद्दा है, मुद्दा पंजाब में ये है कि 15 दिनों से 3 हफ्तों से फसलें मंडियों में रुल रही हैं। किसान को, जिनको ये भाजपा भी कहती थी आपकी आय दुगनी करेंगे, जो आम आदमी पार्टी कहती थी कि चुटकी में 5 मिनट में सारी फसलों की हम MSP देंगे। MSP तो क्या देना है, हड़ आते हैं, बाढ़ आती है, गड़े पड़ते हैं, मुआवजा तक किसी को नहीं मिला, क्योंकि SDRF का जो मुआवजा था वो आम आदमी पार्टी 12,500 करोड़ रुपए भगवंत मान खा गया। और जब आधा पंजाब डूब गया 2025 में, तो उधर तो किसी को क्या देना था। दूसरे राज्यों में जाके केजरीवाल और भगवंत मान पीठ थपथपा रहे हैं कि 50,000 रुपए प्रति हेक्टेयर हमने किसानों को दिया। और किस किसान को दिया? पंजाब के किसानों से पूछो, जिनकी उनकी चोने की फसल भी, उन्हां दी झोना दी फसल भी खराब हो गई। अज गड़िया दे नाल उन्हां दी कणक दी फसल खराब हो गई, ते जिहदी बच गई है जदों मंडी 'ਚ लैके जा रहा है, 15-15 दिन इस मौसम की मार दे सामना करके ਉਹਦਾ ਦੀ फसल ਚੱਕੀ नहीं जा रही है। ਜਿਹੜੀ ਚੰਗੀ ਭਲੀ फसल है ਉਹਦੇ ਵਿੱਚ भी नुक्स ਕੱਢਿਆ जा रहा है। तो फिर किसान ਕਿਹੜੇ ਪਾਸੇ ਜਾਏ? एक किसान विरोधी सरकारां ਜਿਹੜੀਆਂ ਹੈਗੀਆਂ ਅੱਜ ਪੰਜਾਬ ਦੇ ਲੋਕੀ ਉਹਨਾਂ ਨੂੰ ਪਹਿਚਾਨਣ ਤੇ ਉਹਨਾਂ ਨੂੰ ਰਵਾਨਾ ਕਰਨ, ਤੇ ਇਹ ਡਰਾਮੇ ਇਹੋ ਜਿਹੇ ਪਾਰਲੀਮੈਂਟ 'ਚ ਹੋਣ ਤੋਂ ਬਜਾਏ ਅੱਜ ਕੁਐਸਚਨ ਆਰ ਹੋਣਾ ਸੀਗਾ, ਜ਼ੀਰੋ ਆਰ ਹੋਣਾ ਸੀ, ਜਿੱਥੇ ਆਪਾਂ ਆਹ ਮੁੱਦੇ ਚੱਕਦੇ ਵੀ ਤੁਹਾਡੀ ਕੇਂਦਰ ਦੀ ਸਰਕਾਰ ਜਿੱਥੇ ਸ਼ੈਲਰ ਭਰੇ ਪਏ ਨੇ, ਸਾਡੇ ਗੋਡਾਊਨ ਭਰੇ ਪਏ ਨੇ, ਸਾਡੀ ਫਸਲਾਂ ਵਾਸਤੇ ਥਾਂ ਨਹੀਂ ਹੈ, ਜਿਹਦੇ ਕਰਕੇ ਸਾਡੀ ਸਰਕਾਰ ਫਸਲ ਚੱਕ ਨਹੀਂ ਰਹੀ ਹੈ। ਤੇ ਸਾਰਾ ਕੁਝ ਸਿਆਪਾ ਪੈ ਕਿਹਦੇ ਉੱਤੇ ਰਿਹਾ? ਉਹ ਗਰੀਬ ਕਿਸਾਨ ਜਿਹੜਾ ਮਜਬੂਰੀ ਦੇ ਨਾਲ ਮਸਾ ਖੜਿਆ ਹੈਗਾ। ਰੋਜ਼ ਖੁਦਕੁਸ਼ੀਆਂ ਹੋ ਰਹੀਆਂ ਨੇ ਇਹੋ ਜਿਹੀ ਚੀਜ਼ਾਂ ਕਰਕੇ, ਲੇਕਿਨ ਪਰਵਾਹ ਕਿਹਨੂੰ ਹੈਗੀ?